ਲਈ ਆਏ ਨੇ, ਮਹਾਰਾਜ ਤਖਤ 'ਤੇ ਵਿਰਾਜੇ ਹੋਏ ਨੇ, ਪਰ ਕਿਸੇ ਦੇ ਵਿੱਚ ਵੀ ਹਿੰਮਤ ਨਹੀਂ। ਐਸਾ ਭਿਆਨਕ ਸਰੂਪ ਹੈ ਪਰਮੇਸ਼ਰ ਦਾ, ਨਰਸਿੰਘ ਰੂਪ ਹੈ। ਕੋਈ ਵੀ ਨੇੜੇ ਜਾ ਕੇ ਦਰਸ਼ਨ ਨਹੀਂ ਕਰ ਸਕਦਾ, ਐਸਾ ਤੇਜ ਪ੍ਰਤਾਪ ਹੈ। ਸਾਰੇ ਦੇਵੀ ਦੇਵਤਿਆਂ ਨੇ ਇਕੱਠੇ ਹੋ ਕਰਕੇ ਮੇਰੇ ਤਾਈਂ ਬੇਨਤੀ ਕੀਤੀ ਹੈ ਕਿ ਭਗਤ ਪ੍ਰਹਿਲਾਦ, ਜਿਹੜੇ ਤਿੰਨਾਂ ਲੋਕਾਂ ਦੇ ਜੀਵ ਜੰਤੂ ਹਨ, 84 ਲੱਖ ਜੂਨ ਹੈ, ਸਾਰੀ ਹੀ ਦਰਦ ਸਹਿਤ। ਤੁਸੀਂ ਜਾ ਕਰਕੇ ਪਰਮੇਸ਼ਰ ਨੂੰ ਬੇਨਤੀ ਕਰੋ ਕਿ ਹੁਣ ਉਹ ਗੁੱਸਾ ਛੱਡ ਦੇਣ, ਸ਼ਾਂਤੀ ਨੂੰ ਧਾਰਨ ਕਰਨ, ਤਾਂ ਜੋ ਜਿਹੜੇ ਵਿਆਕੁਲ ਹੋਏ ਜੀਵ ਹਨ ਉਹਨਾਂ ਨੂੰ ਧੀਰਜ ਹੌਸਲਾ ਮਿਲ ਸਕੇ। ਦੇਵਤਿਆਂ ਦੀਆਂ ਬੇਨਤੀਆਂ ਸੁਣ ਕਰਕੇ ਭਗਤ ਪ੍ਰਹਿਲਾਦ ਜੀ ਕਹਿੰਦੇ, ਮੈਂ ਨਰਸਿੰਘ ਸਰੂਪ ਪਰਮੇਸ਼ਰ ਦੇ ਪਾਸ ਗਿਆ, ਜਾ ਕਰਕੇ ਵੰਦਨਾ ਨਮਸਕਾਰ ਕੀਤੀ ਹੈ। ਤੇ ਭਗਤ ਪ੍ਰਹਿਲਾਦ ਜੀਆਂ ਨੂੰ ਪਰਮੇਸ਼ਰ ਨੇ ਉੱਪਰ ਚੁੱਕ ਕੇ ਗਲ ਦੇ ਨਾਲ ਲਾਇਆ ਹੈ, ਸਿਰ ਪਲੋਸਿਆ ਹੈ। ਤੇ ਭਗਤ ਪ੍ਰਹਿਲਾਦ ਜੀਆਂ ਦਾ ਇਹ ਕਹਿਣਾ ਕੀਤਾ ਹੈ ਕਿ हे ਪੁੱਤਰ ਜੀ, ਤੁਸੀਂ ਮੇਰੇ ਪੂਰੇ ਭਗਤ ਹੋ, ਤੁਹਾਡੇ ਵਿੱਚ ਕੋਈ ਵੀ ਕਮੀ ਨਜ਼ਰ ਨਹੀਂ ਆਉਂਦੀ। ਇਸ ਲਈ ਜੋ ਵੀ ਵਰ ਮੰਗਣਾ ਚਾਹੋ ਮੰਗ ਸਕਦੇ ਹੋ। ਆਪ ਜੀਆਂ ਦੀਆਂ ਸਾਰੀਆਂ ਇੱਛਾਵਾਂ ਕਾਮਨਾਵਾਂ ਪੂਰੀਆਂ ਹੋਣਗੀਆਂ। ਤੇ ਭਗਤ ਪ੍ਰਹਿਲਾਦ ਜੀਆਂ ਨੇ ਬੇਨਤੀ ਕੀਤੀ ਹੈ ਕਿ हे ਪਰਮੇਸ਼ਰ, ਜੇਕਰ ਮੇਰੇ ਉੱਪਰ ਤੁਠੇ ਹੋ, ਖੁਸ਼ ਹੋਏ ਹੋ, ਮੈਨੂੰ ਕੁਝ ਦੇਣਾ ਚਾਹੁੰਦੇ ਹੋ, ਤੇ ਮੇਰੇ ਉੱਪਰ ਇਤਨੀ ਕਿਰਪਾ ਕਰੋ ਕਿ ਮੇਰੀਆਂ ਸਾਰੀਆਂ ਇੱਛਾਵਾਂ ਕਾਮਨਾਵਾਂ ਸੜ ਜਾਣ, ਮਰ ਜਾਣ। ਬਸ ਇੱਕੋ ਇੱਕ ਮੇਰੇ ਕੋਲ ਚੀਜ਼ ਰਹੇ, ਆਪ ਜੀਆਂ ਦੇ ਚਰਨਾਂ ਦੇ ਨਾਲ ਪ੍ਰੀਤੀ ਬੱਝੀ ਰਹੇ, ਆਪ ਜੀਆਂ ਦੇ ਚਰਨਾਂ ਦੇ ਨਾਲ ਜੁੜਿਆ ਰਹਾ। ਐਸੇ ਬਚਨ ਭਗਤ ਪ੍ਰਹਿਲਾਦ ਜੀ ਕਰ ਰਹੇ ਨੇ। ਇੱਥੋਂ ਤੱਕ ਕਥਾ ਵਿਚਾਰਾ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰੂ ਇਤਿਹਾਸ ਆਉਂਦਾ ਹੈ, ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਅਬੈ ਪ੍ਰਸੰਨ ਭਗਤਨ ਗੁਣ ਖਾਨੀ। ਇਸ ਪ੍ਰਕਾਰ ਜਿਨ੍ਹਾਂ ਭਗਤਾਂ ਦੇ ਵਿੱਚ ਗੁਣ ਹੁੰਦੇ ਨੇ, ਗੁਣਾਂ ਦੇ ਖਾਨ ਹੁੰਦੇ ਨੇ, ਪੂਰਨ ਭਰੋਸੇ ਵਾਲੇ ਹੁੰਦੇ ਨੇ, ਪੂਰਨ ਅਕੀਦੇ ਵਾਲੇ ਹੁੰਦੇ ਨੇ, ਉਹਨਾਂ ਦੇ ਉੱਪਰ ਪਰਮੇਸ਼ਰ ਬਹੁਤ ਪ੍ਰਸੰਨ, ਬਹੁਤ ਖੁਸ਼ ਹੁੰਦੇ ਨੇ। ਮ੍ਰਿਦਲ ਮਦਰ ਬੋਲੇ ਸੁਖ ਪਾਨੀ। ਭਗਤ ਪ੍ਰਹਿਲਾਦ ਜੀ ਕਹਿੰਦੇ, ਮੇਰੀ ਐਸੀ ਭਗਤੀ, ਐਸੇ ਬਚਨਾਂ ਨੂੰ ਸੁਣ ਕਰਕੇ, ਵੇਖ ਕਰਕੇ ਅਕਾਲ ਪੁਰਖ ਵਾਹਿਗੁਰੂ ਫਿਰ ਕਿਸ ਪ੍ਰਕਾਰ ਬੋਲੇ ਹਨ। ਸਦਾ ਅਚਲ ਸੁਖ ਦੋਨੋਂ ਲੋਕਾ। ਭਗਤ ਪ੍ਰਹਿਲਾਦ ਜੀ ਲੋਕ ਅਤੇ ਪਰਲੋਕ ਦਾ ਸੁਖ ਆਪ ਜੀਆਂ ਨੂੰ ਬਖਸ਼ਦੇ ਹਨ, ਜੋ ਹਮੇਸ਼ਾ ਹੀ ਅਚਲ ਹੈ, ਇੱਕ ਰਸ ਰਵੇ, ਕਦੇ ਵੀ ਮਿਟੇਗਾ ਨਹੀਂ, ਕਦੇ ਵੀ ਜਾਵੇਗਾ ਨਹੀਂ, ਕਦੇ ਵੀ ਨਾਸ਼ ਨਹੀਂ ਹੋਵੇਗਾ। ਸਦੀਵ ਰਹਿਣ ਵਾਲਾ ਸੁਖ ਆਪ ਜੀਆਂ ਨੂੰ ਬਖਸ਼ਿਸ਼ ਕਰਦੇ ਹਨ। ਮੇਰਾ ਸੰਦੀਪ ਅਬੈ ਭੋਗ ਅਸੋਕਾ। ਬਿਨਾਂ ਸ਼ੰਕੇ ਤੋਂ ਲੋਕ ਅਤੇ ਪਰਲੋਕ ਦੇ ਤੁਸੀਂ ਭੋਗ ਭੋਗੋਗੇ, ਪਦਾਰਥ ਭੋਗੋਗੇ ਜੀ। ਸਭ ਦਾਨਵ ਭੋਗ ਭਵਾਲਾ। ਇਸ ਪ੍ਰਕਾਰ ਜਿੰਨੇ ਵੀ ਸੰਸਾਰ ਦੇ ਉੱਪਰ ਦੈਂਤ ਹਨ, ਸਾਰਿਆਂ ਦੇ ਆਪ ਜੀ ਮੁਖੀਆ ਰਾਜੇ ਹੋਵੋਗੇ। ਕਰਮੋ ਰਾਜ ਕੈਸੇ ਚਰਕਾਲਾ। ਲੰਬੇ ਸਮੇਂ ਅੰਦਰ ਬੈਠ ਕਰਕੇ ਲੋਕ ਅਤੇ ਪਰਲੋਕ ਵਿੱਚ ਆਪ ਜੀ ਰਾਜ ਭੋਗੋਗੇ। ਸਰਬ ਸਰੂਮਨ ਭਗਤ ਹਮਾਰਾ। ਤੁਸੀਂ ਸਾਰਿਆਂ ਤੋਂ ਸ਼੍ਰੋਮਣੀ ਭਗਤ ਹੋ। ਐਸੀ ਬਾਲਕ ਅਵਸਥਾ ਦੇ ਵਿੱਚ ਤੁਸੀਂ ਮੇਰੀ ਪ੍ਰਾਪਤੀ ਕੀਤੀ ਹੈ, ਮੇਰੇ ਉੱਪਰ ਦ੍ਰਿੜ ਭਰੋਸਾ ਰੱਖਿਆ ਹੈ, ਡੋਲੇ ਨਹੀਂ, ਦੈਂਤਾਂ ਤੋਂ ਡਰੇ ਨਹੀਂ। ਇਸ ਪ੍ਰਕਾਰ ਤੁਸੀਂ ਮੇਰੇ ਸ਼੍ਰੋਮਣੀ ਭਗਤ ਹੋ, ਪਿਆਰੇ ਭਗਤ ਹੋ ਜੀ। ਛਵੈ ਨਾ ਸਕਦੀ ਮਨਮਾਨ ਵਿਕਾਰ। ਤੇ ਜਿਹੜੇ ਵਿਸ਼ੇ ਵਿਕਾਰ ਹਨ, ਆਪ ਜੀਆਂ ਦੇ ਮਨਾਂ ਦਾ ਹੀ ਛੂ ਨਹੀਂ ਸਕਣਗੇ। ਸੁਣ ਇਹ ਬਾਤ ਜੋ ਕਹੇ ਜਗਨਾਥਾ। ਇਸ ਪ੍ਰਕਾਰ ਜਗਤ ਸੁਆਮੀ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤਾਈਂ ਜਦ ਬਚਨ ਕਾਹੇ ਨੇ। ਬੋਲੇ ਮੈਂ ਨਾਈ ਭਗਵਾਥਾ। ਤੇ ਮੈਂ ਸਿਰ ਨਵਾ ਕਰਕੇ ਹੱਥ ਜੋੜੇ ਹਨ ਅਤੇ ਬੋਲਿਆ ਹੈ, ਮਮ ਪਿਤਾ ਅਕਸੈ ਅਗੀ ਮਲੀਨਾ। ਕਿ हे ਨਰਸਿੰਘ ਸਰੂਪ ਪਰਮੇਸ਼ਰ ਵਾਹਿਗੁਰੂ,
ਜੋ ਮੇਰਾ ਪਿਤਾ ਹਰਨਾਕਸ ਹੈ ਉਹ ਅਤਿਸੈ ਕਰਕੇ ਬਹੁਤਾ ਜ਼ਿਆਦਾ ਪਾਪੀ ਸੀ, ਬੜੀ ਮਲੀਨ ਬੁੱਧੀ ਵਾਲਾ ਸੀ। ਨਿੰਦਕ ਹੋਏ ਦਰੋਹ ਤੁਮ ਕੀਨਾ। ਮਹਾਰਾਜ ਉਸਨੇ ਆਪ ਜੀਆਂ ਦਾ ਵਿਰੋਧ ਕੀਤਾ ਹੈ। ਜ਼ਿੰਦਗੀ ਭਰ ਜਿੰਨਾ ਸਮਾਂ ਵੀ ਜਿਉਂਦਾ ਰਿਹਾ ਆਪ ਜੀਆਂ ਦੀ ਨਿੰਦਿਆ ਕੀਤੀ ਹੈ। ਦੀਨ ਦਿਆਲ ਇਸ ਕੀ ਗਤ ਕੀਜੈ। ਇਹ ਦੀਨਾ ਗਰੀਬਾਂ ਦੇ ਕਿਰਪਾਲੂ ਦਿਆਲੂ ਸਤਿਗੁਰੂ, ਮੇਰੇ ਮਨ ਦੀ ਇੱਛਾ ਹੈ ਕਿ ਆਪ ਜੀ ਮੇਰੇ ਪਿਤਾ ਦੀ ਗਤੀ ਕਰਨਾ ਕਰੋ, ਉਹਨਾਂ ਨੂੰ ਮੁਕਤੀ ਬਖਸ਼ੋ ਜੀ। ਸਭ ਅਪਰਾਧ ਬਖਸ਼ ਕਰ ਦੀਜੈ। ਕਿਉਂਕਿ ਆਪ ਜੀਆਂ ਦਾ ਸੁਭਾਅ ਹੈ ਗਲਤੀਆਂ ਬਖਸ਼ਣਾ, ਭੁੱਲਾਂ ਬਖਸ਼ਣਾ। ਇਸ ਲਈ ਸਾਰੇ ਅਪਰਾਧ ਜਿਹੜੇ ਔਗਣ ਹਨ ਬਖਸ਼ ਲਵੋ। ਤੁਮ ਸੋ ਕੀਨ ਵਿਰੋਧ ਮਲੀਨੇ। ਭਾਵੇਂ ਭੈੜੀ ਮੱਤ ਵਾਲੇ ਮੇਰੇ ਪਿਤਾ ਨੇ ਆਪ ਜੀਆਂ ਦਾ ਜ਼ਿੰਦਗੀ ਭਰ ਵਿਰੋਧ ਕੀਤਾ ਹੈ। ਕਹੇ ਕੋ ਬਚਨ ਕੁਰਕਲ ਮਤਹੀਨੇ। ਆਪ ਜੀਆਂ ਨੂੰ ਨਹੀਂ ਕਹਿਣ ਵਾਲੇ ਬਚਨ ਬੜੇ ਟੇਢੇ ਕੌੜੇ ਬਚਨ ਬੋਲਿਆ ਹੈ, ਮਤ ਤੋਂ ਹੀਣਾ ਸੀ। ਸਭ ਔਗਣ ਮੈਂ ਪੂਰਨ ਪਾਪੀ। ਮਹਾਰਾਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਮੇਰਾ ਪਿਤਾ ਹਰਨਾਕਸ ਹੈ ਉਹ ਸਾਰਿਆਂ ਹੀ ਔਗਣਾਂ ਦੇ ਵਿੱਚ ਪੂਰਾ ਹੈ ਔਰ ਪੂਰਨ ਪਾਪੀ ਸੀ। ਬਿਨਾ ਕਾਜ ਜਗ ਜੀਵ ਸੰਤਾਪੀ। ਬਿਨਾਂ ਹੀ ਕਿਸੇ ਕਾਰਜ ਤੋਂ, ਬਿਨਾਂ ਹੀ ਕਿਸੇ ਗੱਲ ਤੋਂ ਸੰਸਾਰ ਦੇ ਲੋਕਾਂ ਨੂੰ, ਨਾਮ ਜਪਣ ਵਾਲੇ ਸੰਤ ਅਵਸਥਾ ਵਾਲਿਆਂ ਲੋਕਾਂ ਤਾਈਂ ਉਸ ਨੇ ਦੁੱਖ ਦਿੱਤਾ ਹੈ। ਤੁਮਰੋ ਜਗ ਮੈਂ ਬਿਰਦ ਸੁਹਾਵਨ। ਪਰ ਮਹਾਰਾਜ ਸੰਸਾਰ ਦੇ ਲੋਕ ਆਪ ਜੀਆਂ ਬਾਰੇ ਇਹ ਕਹਿੰਦੇ ਨੇ, ਇਹ ਜਾਣਦੇ ਹਨ ਕਿ ਆਪ ਜੀਆਂ ਦਾ ਜੋ ਸੁਭਾਅ ਹੈ ਦੀਨ ਨਿਵਾਜ ਭਗਤ ਕੇ ਪਾਵਨ। ਆਪ ਜੀ ਦੀਨ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਜੀ। ਸਿਮਾ ਧਾਰ ਦੀਜੈ ਨਹਿ ਮੁਖਾ। ਇਸ ਲਈ ਕਿਰਪਾ ਕਰੋ, ਮੇਰੇ ਪਿਤਾ ਤਾਈਂ ਮਾਫੀ ਦੇਣਾ ਕਰੋ, ਖਿਮਾ ਦੇਣਾ ਕਰੋ ਤੇ ਇਸ ਪ੍ਰਕਾਰ ਉਹਨਾਂ ਨੂੰ ਮੁਕਤੀ ਬਖਸ਼ੋ ਜੀ। ਏਕ ਨ ਗੁਣ ਮਨ ਮੈਂ ਦੁਖਾ। ਮਹਾਰਾਜ ਭਾਵੇਂ ਕਿ ਮੇਰੇ ਪਿਤਾ ਦੇ ਅੰਦਰ ਇੱਕ ਵੀ ਗੁਣ ਨਹੀਂ ਸੀ, ਉਹ ਔਗਣਾਂ ਦਾ ਭਰਿਆ ਸੀ। ਸ੍ਰੀ ਦਰਸ਼ਨ ਕਿਰਪਾ ਸਪੀਨੇ। ਪਰ ਆਪ ਜੀ ਤਾਂ ਮਹਾਰਾਜ ਰਸਾਂ ਦੇ ਭਿੱਜੇ ਹੋ, ਪਰਮੇਸ਼ਰ ਹੋ। ਬੋਲੇ ਬਿਨਸਤ ਬਚਨ ਪ੍ਰਬੀਨੇ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਭਗਤ ਪ੍ਰਹਲਾਦ ਜੀਆਂ ਦੀ ਬੇਨਤੀ ਸੁਣ ਕਰਕੇ ਬੋਲੇ ਨੇ ਜਿਹ ਕੁਲ ਜਮਨੇ ਤੁਮ ਮਮ ਦਾਸਾ। ਕਿ ਜਿਸ ਕੁਲ ਦੇ ਅੰਦਰ ਮੇਰੇ ਭਗਤ ਪ੍ਰਹਲਾਦ ਦਾ ਜਨਮ ਹੋਇਆ ਹੋਵੇ ਭਾਗਵ ਕੀਨ ਤ੍ਰੈਣ ਲਖਿਓ ਨ ਤਰਾਸਾ। ਤੇ ਜੋ ਦੈਤਾਂ ਦੇ ਕੋਲੋਂ ਰਤੀ ਭਰ ਵੀ ਡਰਿਆ ਨਹੀਂ, ਆਪਣੇ ਪਿਤਾ ਦੇ ਕੋਲੋਂ ਡਰਿਆ ਨਹੀਂ, ਮੇਰੀ ਭਗਤੀ ਕੀਤੀ, ਮੇਰੇ ਤੇ ਭਰੋਸਾ ਰੱਖਿਆ ਹੈ। ਉਹ ਸੰਦੇਹ ਦੇਹ ਪ੍ਰਿਤ ਤਤਕਾਰੇ। ਇਸ ਪ੍ਰਕਾਰ ਉਹ ਤਾਂ ਸ਼ੰਕੇ ਤੋਂ ਰਹਿਤ ਹੋ ਜਾਵੇ ਕਿ ਉਹਦੇ ਪਿਤਾ ਦੀ ਗਤੀ ਹੋਵੇਗੀ। ਜਗ ਸਾਗਰ ਕੁਲ 21 ਤਾਰੇ। ਦਰਅਸਲ ਭਗਤ ਪ੍ਰਹਲਾਦ ਜੀ ਜਿਨ੍ਹਾਂ ਘਰਾਂ ਦੇ ਅੰਦਰ ਨਾਮ ਜਪਣ ਵਾਲੇ ਦਾ, ਦਾਨੀ ਦਾ ਜਾਂ ਸੂਰਮੇ ਦਾ ਜਨਮ ਹੋ ਜਾਂਦਾ ਹੈ, ਉਹਨਾਂ ਦੀਆਂ ਤਾਂ 21 ਕੁਲਾਂ ਤਰ ਜਾਂਦੀਆਂ ਨੇ। ਅਸਕ ਮੈਂ ਦੀਨ ਰਾਜ ਅਬ ਠੇਕਾ। ਇਸ ਪ੍ਰਕਾਰ ਬਚਨ ਕੀਤੇ ਨੇ ਪਰਮੇਸ਼ਰ ਨੇ ਕਿ ਤੇਰੇ ਕਰਕੇ ਤੇਰੇ ਪਰਿਵਾਰ ਦੀਆਂ 21 ਕੁਲਾਂ ਤਰ ਜਾਣਗੀਆਂ, ਤੇਰੇ ਪਿਤਾ ਦੀ, ਤੇਰੇ ਪਰਿਵਾਰ ਦੀ ਮੁਕਤੀ ਹੋਵੇਗੀ। ਏਦਾਂ ਕਹਿ ਕਰਕੇ ਲੋਕ ਅਤੇ ਪ੍ਰਲੋਕ ਦਾ ਰਾਜ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਪ੍ਰਹਲਾਦ ਜੀਆਂ ਨੂੰ ਬਖਸ਼ਿਆ ਹੈ, ਮੱਥੇ ਉੱਪਰ ਤਿਲਕ ਲਾਇਆ ਹੈ। ਕਿਰਪਾ ਧਾਰ ਮੁਝ ਸਹਿਤ ਵਿਵੇਕਾ। ਇਸ ਪ੍ਰਕਾਰ ਭਗਤ ਪ੍ਰਹਲਾਦ ਜੀ ਕਹਿੰਦੇ ਮੇਰੇ ਉੱਪਰ ਬੜੀ ਕਿਰਪਾ ਧਾਰਨ ਕੀਤੀ ਸੀ। ਬਬਲੂ ਸ੍ਰੀ ਦਰਸ਼ਕ ਮਹਾਨਾ। ਤੇ ਫਿਰ ਜੋ ਨਰਸਿੰਘ ਸਰੂਪ ਪਰਮੇਸ਼ਰ ਹਨ, ਸਭ ਦੇਖ ਲਪੇ ਅੰਤਰ ਧਿਆਨਾ। ਅੰਤਰ ਧਿਆਨ ਹੋ ਗਏ ਨੇ, ਸਮਾਧੀ ਅੰਦਰ ਜੁਟੇ ਨੇ। ਸੁਖਬ ਅਬ ਕਲ ਕਾਲ ਬੁਝਾਰਾ। ਭਗਤ ਪ੍ਰਹਲਾਦ ਜੀ ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਸਮਿਆਂ ਵਿੱਚ ਆ ਕਰਕੇ ਨਰਸਿੰਘ ਸਰੂਪ ਪਰਮੇਸ਼ਰ ਨੇ ਮੇਰੀ ਰੱਖਿਆ ਕੀਤੀ ਸੀ, ਤੇ ਹੁਣ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪ ਜੀ ਭਗਤ ਸਰੂਪ ਧਰਿਓ ਅਵਤਾਰਾ। ਆਪ ਜੀ ਉਹੀ ਸਰੂਪ
ਹੋ ਭਗਤੀ ਸਰੂਪ ਧਾਰਨ ਕੀਤਾ ਹੈ। ਨਰਮਲੀਨ ਅਗਪੀਨ ਨਿਹਾਰੇ ਤੇ ਜਿਹੜੇ ਲੋਕ ਇਸ ਪ੍ਰਕਾਰ ਪਾਪਾਂ ਕਰਕੇ ਵਿਕਾਰਾਂ ਕਰਕੇ ਮਲੀਨ ਹੋ ਚੁੱਕੇ ਨੇ, ਪਾਪੀ ਹੋ ਚੁੱਕੇ ਨੇ, ਆਪ ਜੀ ਉਹਨਾਂ ਤਾਈਂ ਵੇਖਦੇ ਹੋ। ਤਨਹਿ ਬਦਾਵਨ ਪੰਥ ਸੁਖਾਰੇ ਆਪ ਜੀ ਉਹਨਾਂ ਨੂੰ ਟੇਢਿਆਂ ਮੇਢਿਆਂ ਰਸਤਿਆਂ ਤੋਂ ਲਿਆ ਕਰਕੇ ਛੁਡਾ ਕਰਕੇ ਪਰਮਾਰਥ ਦੇ ਭਗਤੀ ਦੇ ਸਿੱਧੇ ਰਸਤੇ ਪਾਉਂਦੇ ਹੋ ਜੀ। ਦਾਸ ਜਾਨ ਮੁਝ ਦਰਸ਼ਨ ਦੀਨਾ ਤੇ ਭਗਤ ਪ੍ਰਹਲਾਦ ਜੀਆਂ ਨੇ ਹੱਥ ਜੋੜੇ ਕਹਿਣ ਲੱਗੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਆਪਣਾ ਦਾਸ ਆਪਣਾ ਸੇਵਕ ਜਾਣ ਕਰਕੇ ਮੈਨੂੰ ਆਪ ਆ ਕਰਕੇ ਮੈਨੂੰ ਦਰਸ਼ਨ ਬਖਸ਼ੇ ਨੇ। ਤਾਬੋ ਤਨ ਧਾਰ ਨਰ ਹਰ ਰਖ ਕੀਨਾ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਭਗਤੀ ਸਰੂਪ ਹੋ ਕਰਕੇ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਜਿੱਥੇ ਪਾਪੀਆਂ ਦੀ ਆਪਣਿਆਂ ਗੁਰਸਿੱਖਾਂ ਦੀ ਰੱਖਿਆ ਕਰਦੇ ਹੋ, ਉਹਨਾਂ ਸੰਸਾਰ ਦੇ ਜੀਵਾਂ ਦੀ ਰੱਖਿਆ ਕਰਦੇ ਹੋ, ਦਰਅਸਲ ਆਪ ਹੀ ਸੀ। ਆਪ ਜੀਆਂ ਨੇ ਸਤਯੁਗ ਦੇ ਅੰਦਰ ਇਸ ਪ੍ਰਕਾਰ ਜਿਹੜਾ ਨਰਸਿੰਘ ਦਾ ਰੂਪ ਧਾਰਨ ਕੀਤਾ ਸੀ। ਭਗਤ ਪ੍ਰਹਲਾਦ ਜੀ ਦੱਸ ਰਹੇ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀਆਂ ਨੇ ਮੇਰੀ ਰੱਖਿਆ ਨਰਸਿੰਘ ਰੂਪ ਹੋ ਕਰਕੇ ਉਹਨਾਂ ਸਮਿਆਂ ਵਿੱਚ ਕੀਤੀ ਸੀ। ਮੋਹਿ ਸੰਗ ਏਮ ਭਾਗਤ ਤੇ ਭਾਈ ਬਾਲਾ ਜੀ ਕਹਿੰਦੇ ਇਸ ਪ੍ਰਕਾਰ ਭਗਤ ਪ੍ਰਹਲਾਦ ਜੀ ਦੱਸ ਰਹੇ ਨੇ ਕਿ ਮੇਰੀ ਜੀਵਨੀ ਇਸ ਤਰ੍ਹਾਂ ਦੀ ਸੀ, ਇਸ ਪ੍ਰਕਾਰ ਮੇਰੇ ਨਾਲ ਬੀਤੀ ਹੈ। ਸੁਨਹੁ ਕਾਨ ਬਾਲੇ ਮਤਵੰਤੇ ਇਹ ਭਾਈ ਬਾਲੇ ਆਪ ਜੀਆਂ ਦੀ ਬੜੀ ਉਜਲ ਬੁੱਧੀ ਹੈ। ਆਪ ਜੀਆਂ ਨੇ ਸਾਰਾ ਪ੍ਰਸੰਗ ਸਰਵਣ ਕੀਤਾ ਹੈ। ਸ੍ਰੀ ਅੰਗਦ ਸੁਨਵੇ ਮਨ ਲਾਈ ਤੇ ਭਾਈ ਬਾਲਾ ਜੀ ਖਡੂਰ ਸਾਹਿਬ ਦੀ ਧਰਤੀ ਉੱਪਰ ਦੱਸਦੇ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਨ ਲਾ ਕੇ ਸੁਣਨਾ ਕਰੋ। ਸੁਣੀ ਸਰਬ ਜਗ ਕਥਾ ਸੁਹਾਈ ਇਸ ਪ੍ਰਕਾਰ ਜਦੋਂ ਮੈਂ ਸਾਰੀ ਕਥਾ ਭਗਤ ਪ੍ਰਹਲਾਦ ਜੀਆਂ ਦੇ ਮੁਖੋਂ ਸੁਣੀ ਹੈ। ਮਨ ਹਾਥ ਮੈਂ ਬੰਧਨ ਕੀਨੀ ਤੇ ਭਾਈ ਬਾਲਾ ਜੀ ਕਹਿੰਦੇ ਦੋਨੋਂ ਹੱਥ ਜੋੜ ਕਰਕੇ ਭਗਤ ਪ੍ਰਹਲਾਦ ਜੀਆਂ ਤਾਈ ਮੈਂ ਨਮਸਕਾਰ ਕੀਤੀ ਸੀ। ਭਗਤ ਤੇ ਮਹਿਮਾ ਬੜ ਜੀਨੀ ਤੇ ਸਾਰਿਆਂ ਹੀ ਭਗਤਾਂ ਦੇ ਵਿੱਚੋਂ ਜਾਂ ਪਰਮੇਸ਼ਰ ਦੀਆਂ ਭਗਤਾਂ ਦੀ ਸੰਸਾਰ ਦੇ ਵਿੱਚੋਂ ਬੜੀ ਉਜਲ ਵਡਿਆਈ ਮਹਿਮਾ ਹੁੰਦੀ ਹੈ। ਕਿਤਕ ਕਾਲ ਸ੍ਰੀ ਗੁਰ ਕਹਿ ਪਾਸਾ ਤੇ ਕੁਝ ਕੁ ਸਮਾਂ ਭਾਈ ਬਾਲਾ ਮਰਦਾਨਾ ਜੀ ਅਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਪ੍ਰਹਲਾਦ ਜੀਆਂ ਕੋਲ ਟਿਕੇ ਨੇ। ਰਹਿ ਕਰ ਕੀਨੇ ਬਚਨ ਵਿਲਾਸਾ ਤੇ ਕੁਝ ਸਮਾਂ ਭਗਤ ਪ੍ਰਹਲਾਦ ਜੀਆਂ ਕੋਲ ਰਹਿ ਕਰਕੇ ਬਚਨ ਵਿਲਾਸ ਸਾਂਝੇ ਕੀਤੇ ਸਨ। ਕਰੀ ਬਸ ਪਰ ਦੁਹਦ ਸੰਬੰਧਨ ਤੇ ਅਖੀਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਭਗਤ ਪ੍ਰਹਲਾਦ ਨੂੰ ਨਮਸਕਾਰ ਕੀਤੀ ਹੈ। ਤੇ ਭਗਤ ਪ੍ਰਹਲਾਦ ਜੀਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨ ਪਰਸੇ ਨੇ। ਅਗਰਜ ਗਮਨੇ ਦੁਖ ਨਿਕੰਦਨ ਤੇ ਦੁੱਖਾਂ ਨੂੰ ਕੱਟਣ ਵਾਲੇ ਸੁੱਖਾਂ ਦੇ ਬਦਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਪ੍ਰਹਲਾਦ ਜੀਆਂ ਨੂੰ ਦਰਸ਼ਨ ਬਖਸ਼ਿਸ਼ ਕਰਕੇ ਅੱਗੇ ਚੱਲੇ ਨੇ। ਤੋਹਰਾ ਸ੍ਰੀ ਗੁਰ ਪਾਕ ਕਰ ਸਿਪਰਸਾਰ ਕਵੀ ਸੰਤੋਖ ਸੰਤ ਜੀ ਕਹਿੰਦੇ ਨੇ ਸਰੋਤਾ ਜਣੋ, ਐਸੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਭਗਤੀ ਸਰੂਪ ਨੇ, ਜਿੱਥੇ ਵਿਚਾਰਾਂ ਦੇ ਨਾਲ ਵਿਚਾਰਾਂ ਕਰਦੇ ਨੇ, ਉੱਥੇ ਆਪਣੇ ਭਗਤਾਂ ਦੇ ਸਮਾਂ ਆਉਣ ਤੇ ਨਰਸਿੰਘ ਸਰੂਪ ਧਾਰਨ ਕਰਕੇ ਰੱਖਿਆ ਵੀ ਕਰਦੇ ਨੇ ਤੇ ਦੈਂਤਾਂ ਦੇ ਨਾਲ ਜੰਗ ਯੁੱਧ ਵੀ ਕਰਦੇ ਨੇ। ਇਸ ਪ੍ਰਕਾਰ ਇਹ ਸਰੋਤਾ ਜਨੋ ਜੋ ਐਸੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਦੇ ਜੋ ਚਰਨਾਂ ਦੀ ਓਟ ਹੈ, ਢਾਲ ਹੈ, ਉਸ ਨੂੰ ਆਪਣੇ ਸਿਰ ਉੱਪਰ ਲੈਣਾ ਕਰੋ ਜੀ। ਮਾਨ ਜੇ ਸਭ ਵਿਕਾਰ ਤੇ ਜਿਹੜੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਵਿਕਾਰਾਂ ਦੇ ਤੀਰ ਹਨ, ਕਰਨੇ ਓਟ ਬਚਾਏ ਕੈ ਜਿਨ੍ਹਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਓਟ ਆਸਰਾ ਲਿਆ, ਜਿਨ੍ਹਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਦੀ ਢਾਲ ਆਪਣੇ ਸਿਰ ਉੱਪਰ ਲਈ ਹੈ, ਉਹਨਾਂ ਦਾ ਹੀ ਇਹਨਾਂ ਵਿਕਾਰਾਂ ਦੇ ਤੀਰਾਂ ਤੋਂ ਬਚਾਅ ਹੁੰਦਾ ਹੈ। ਕਹੋ ਕਥਾ ਸੰਸਾਰ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਅਗਲਾ ਜਿਹੜਾ ਪ੍ਰਸੰਗ ਹੈ
ਆਪ ਜੀਆਂ ਦੇ ਨਾਲ ਸ੍ਰੇਸ਼ਟ ਸਾਂਝਾ ਕਰਦਾ ਸ੍ਰੀ ਹਾਂ। ਬਾਲਾ ਸੰਤਰ ਬਾਚ ਸੰਤੂ ਗੋਤ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅੱਗੇ ਸੁਣਾਉਂਦੇ ਨੇ। ਜੋ ਪਈ ਸ੍ਰੀ ਅੰਗਦ ਸੁਨ ਕਥਾ ਰਸਾਲਾ ਧੰਨ ਸਾਹਿਬ ਸ੍ਰੀ ਗੁਰੂ ਸ਼੍ਰੋਮਣੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜੀ ਅੱਗੇ ਆਉਣ ਵਾਲੀ ਸੁੰਦਰ ਕਥਾ ਸ਼੍ਰਵਣ ਕਰੋ ਜੀ। ਅੰਗਦ ਗਵਨੇ ਦੀਨ ਦਿਆਲਾ ਤੇ ਭਾਈ ਬਾਲਾ ਮਰਦਾਨਾ ਔਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਪ੍ਰਹਲਾਦ ਤੋਂ ਅੱਗੇ ਚੱਲੇ ਨੇ। ਤਬ ਮਰਦਾਨੇ ਬਚਨ ਉਚਾਰਾ ਤੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਭਾਈ ਮਰਦਾਨਾ ਜੀਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤਾਈਂ ਕਿਹਾ ਹੈ ਧਰਿਓ ਪ੍ਰਭੂ ਸੁਕਰ ਅਵਤਾਰਾ ਕਿ ਮਹਾਰਾਜ ਕਿੰਨਾ ਕਾਰਨਾਂ ਕਰਕੇ ਵਿਸ਼ਨੂੰ ਨੇ ਸੂਰ ਅਵਤਾਰ ਧਾਰਨ ਕੀਤਾ ਸੀ। ਕਿਉਂਕਿ ਜਿਸ ਸਮੇਂ ਹਰਨਾਕਸ਼ ਦੇ ਭਰਾਤਾ ਉਸ ਨੇ ਜਿਹੜੀ ਕਸ਼ਮੀਰ ਦੀ ਧਰਤੀ ਹੈ ਨਾ ਉਸ ਨੂੰ ਛੇਆਂ ਪਤਾਲਾਂ ਦੇ ਵਿੱਚ ਥੱਲੇ ਲੈ ਗਿਆ ਸੀ। ਤੇ ਇੰਨੀ ਸੁੰਦਰ ਧਰਤੀ ਉੱਪਰ ਜਿੱਥੇ ਦੇਵਤਿਆਂ ਦਾ ਰਿਸ਼ੀਆਂ ਮੁਨੀਆਂ ਦਾ ਵਾਸਾ ਸੀ ਉਹ ਉਸ ਧਰਤੀ ਦੇ ਉੱਪਰ ਲਿਜਾ ਕਰਕੇ ਗੰਦਗੀ ਦੀਆਂ ਰੂੜੀਆਂ ਲਾ ਦਿੱਤੀਆਂ ਸਨ ਕਿ ਇਹਨਾਂ ਦੇ ਉੱਪਰ ਹੁਣ ਰੂੜੀਆਂ ਦੇ ਕੋਲ ਦੁਰਗੰਧੀ ਦੇ ਕੋਲ ਦੇਵੀ ਦੇਵਤੇ ਆ ਨਹੀਂ ਸਕਦੇ ਤੇ ਇਸ ਪ੍ਰਕਾਰ ਜਦੋਂ ਇੱਥੇ ਆਉਣਗੇ ਨਾ ਤੇ ਮੈਨੂੰ ਮਾਰ ਵੀ ਨਹੀਂ ਸਕਦੇ। ਤੇ ਫਿਰ ਭਗਤ ਵਿਸ਼ਨੂੰ ਪਰਮੇਸ਼ਰ ਜੋ ਭਗਤ ਵਿਸ਼ਨੂੰ ਜੀ ਨੇ ਦੇਵਤੇ ਵਿਸ਼ਨੂੰ ਜੀਆਂ ਨੇ ਸੂਰ ਦਾ ਅਵਤਾਰ ਧਾਰਨ ਕੀਤਾ ਸੀ ਸੰਗਤ। ਕਿਉਂਕਿ ਜਿਹੜਾ ਸੂਰ ਹੈ ਇਹ ਦੁਰਗੰਧੀ ਅੰਦਰ ਰੂੜੀਆਂ ਦੇ ਉੱਪਰ ਹੀ ਰਹਿੰਦਾ ਹੈ। ਜੈਸਾ ਅਸਥਾਨ ਸੀ ਉਸ ਸਰੂਪ ਧਾਰਨ ਕਰਕੇ ਜਾ ਕਰਕੇ ਹਰਨਾਕਸ਼ ਦਾ ਜੋ ਭਰਾਤਾ ਸੀ ਉਸ ਨੂੰ ਮਾਰਨਾ ਕੀਤਾ ਸੀ, ਧਰਤੀ ਵਾਪਸ ਲੈ ਕੇ ਆਇਆ ਸੀ। ਉਸ ਪ੍ਰਸੰਗ ਬਾਰੇ ਪੁੱਛਦੇ ਨੇ ਭਾਈ ਮਰਦਾਨਾ ਜੀ ਪੁੱਛਣ ਲੱਗੇ ਨੇ ਕਿ ਮਹਾਰਾਜ ਕਿੰਨਾ ਕਾਰਨਾਂ ਕਰਕੇ ਭਗਤ ਜੋ ਪਰਮੇਸ਼ਰ ਵਿਸ਼ਨੂੰ ਹੋਏ ਨੇ ਉਹਨਾਂ ਨੇ ਸੂਰ ਦਾ ਅਵਤਾਰ ਧਾਰਨ ਕੀਤਾ ਹੈ। ਇਸ ਪ੍ਰਕਾਰ ਜਿਹੜਾ ਹਰਨਾਕਸ਼ ਹੋਇਆ ਹੈ ਉਹ ਦਾਨਵ ਉਸ ਨੂੰ ਕਿਸ ਪ੍ਰਕਾਰ ਮਾਰਿਆ ਹੈ ਔਰ ਕਿੰਨਾ ਕਾਰਨਾਂ ਕਰਕੇ ਇਹ ਦੈਂਤ ਬਣੇ ਸਨ। ਕਿਵੇਂ ਇਹਨਾਂ ਦਾ ਧਰਤੀ ਦੇ ਉੱਪਰ ਜਨਮ ਅਵਤਾਰ ਹੋਇਆ ਸੀ। ਇਸ ਪ੍ਰਕਾਰ ਕਿੰਨਾ ਕਾਰਨਾਂ ਕਰਕੇ ਧਰਨੀ ਆਨੀ ਭਣੀਏ ਤੈਸ ਜਿਵੇਂ ਵਿਸ਼ਨੂੰ ਨੇ ਇਹ ਧਰਤੀ ਵਾਪਸ ਲੈ ਕੇ ਆਏ ਸਨ ਨਾ ਕਸ਼ਮੀਰ ਦੀ ਉਹਨਾਂ ਬਾਰੇ ਦੱਸੋ ਅਤੇ ਇਹਨਾਂ ਦੈਂਤਨ ਕੋ ਜਨਮ ਜੋ ਗੁਰੂ ਅਤੇ ਹਰਨਾਕਸ਼ ਇਹਨਾਂ ਦਾ ਭਰਾ ਹੈ ਜੋ ਦੋਨਾਂ ਦੈਂਤਾਂ ਦਾ ਐਸਾ ਕਰਨਾ ਜਨਮ ਕਿਵੇਂ ਹੋਇਆ। ਮੇਰੇ ਗੁਣਾਂ ਦੇ ਖਜ਼ਾਨੇ ਸੁੰਦਰ ਮਹਿਮਾ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਣਾ ਕਰੋ। ਗੁਣਾਂ ਦੇ ਖਾਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਦੇ ਵਚਨ ਸੁਣ ਕੇ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਜੀ ਜਿਵੇਂ ਇਹਨਾਂ ਦੇ ਧਾਰਮਿਕ ਗ੍ਰੰਥਾਂ ਪੁਰਾਣਾਂ ਦੇ ਅੰਦਰ ਇਹ ਕਥਾ ਦੱਸੀ ਹੈ ਨਾ ਉਸੇ ਪ੍ਰਕਾਰ ਆਪ ਜੀਆਂ ਨੂੰ ਦੱਸਦੇ ਹਾਂ। ਇੱਕ ਐਸਾ ਸਮਾਂ ਸੀ ਜਿਸ ਸਮੇਂ ਜਿਹੜਾ ਕਸ਼ਯਪ ਰਿਸ਼ੀ ਸੀ ਨਾ ਉਹ ਜਗ ਕਰਕੇ ਤੇ ਬੜਾ ਪ੍ਰਸੰਨ ਹੋ ਕਰਕੇ ਜਗ ਕਰਕੇ ਸਾਰਿਆਂ ਨੂੰ ਭੰਡਾਰਾ ਛਕਾ ਕਰਕੇ ਇਸ ਪ੍ਰਕਾਰ ਬੜਾ ਖੁਸ਼ ਹੋ ਕੇ ਖੁਸ਼ੀ ਦੇ ਸਹਿਤ ਆਪਣੇ ਘਰ ਵਿੱਚ ਬੈਠਾ ਸੀ। ਸੰਧਿਆ ਕਾਲ ਸੁਤਾ ਤੱਕ ਕੇਰੀ ਤੇ ਜਦੋਂ ਸੰਧਿਆ ਦਾ ਸਮਾਂ ਹੋਇਆ ਹੈ ਸੂਰਜ ਢਲਿਆ ਹੈ ਸੰਧਿਆ ਦੇ ਸਮੇਂ ਜਿਹੜਾ ਦਾਖਰ ਜੀ ਹੈ ਨਾ ਉਹਦੀ ਜੋ ਪੁੱਤਰੀ ਸੀ ਦਿੱਤੀ ਨਾਮ ਤ੍ਰਿਟ ਕਾਮ ਘਨੇਰੀ ਤੇ ਜਿਸ ਦਾ ਨਾਮ ਦਿੱਤੀ ਸੀ ਜੋ ਕਸ਼ਯਪ ਰਿਸ਼ੀ ਦੇ ਘਰੋਂ ਸੀ। ਇਸ ਪ੍ਰਕਾਰ ਇਹ ਚਾਰ ਭੈਣਾਂ ਸਨ ਔਰ ਚਾਰੇ ਹੀ ਕਸ਼ਯਪ ਰਿਸ਼ੀ ਨਾਲ ਵਿਆਹੀਆਂ ਹੋਈਆਂ ਸਨ। ਜਿਹੜੀ ਉਹਨਾਂ ਦੇ ਵਿੱਚੋਂ ਦਿੱਤੀ ਸੀ ਉਸ ਨੇ ਇਸ ਪ੍ਰਕਾਰ ਆਪਣਾ ਜੋ ਮਨ ਦੀ ਭਾਵਨਾ ਹੈ ਉਸ ਨੂੰ ਵਰਣਨ ਕੀਤਾ ਹੈ। ਜੈ ਸਮੀਪ ਕਹੇ ਅਸਬੈਲਾ ਤੇ ਆਪਣੇ ਪਤੀ ਕਸ਼ਯਪ ਰਿਸ਼ੀ ਦੇ ਕੋਲ ਜਾ ਕਰਕੇ ਵਚਨ ਕੀਤੇ ਸਨ। ਤਨ ਮਨ ਮੂਰ ਕੰਪਾਵਾ ਮੈਨਾ ਇਸ ਪ੍ਰਕਾਰ ਜੋ ਮੇਰਾ ਤਨ ਹੈ ਔਰ ਮਨ ਹੈ
ਸਤਾ ਰਿਹਾ ਹੈ। ਸੌਤ ਸਮਰਿੱਧਵਾਨ ਸਭ ਜੋਈ ਤੇ ਜੋ ਮੇਰੀਆਂ ਬਾਕੀ ਭੈਣਾਂ ਹਨ, ਮੇਰੀਆਂ ਸੌਂਕਣਾਂ ਨੇ, ਉਹਨਾਂ ਸਾਰਿਆਂ ਦੀਆਂ ਗੋਦਾਂ ਦੇ ਵਿੱਚ ਉਹਨਾਂ ਦੇ ਬਾਲਕ ਬੱਚੇ ਖੇਡਦੇ ਨੇ। ਤੇ ਉਹਨਾਂ ਦੇ ਬੱਚਿਆਂ ਨੂੰ ਵੇਖ ਕਰਕੇ ਤੇ ਆਪਣੀ ਗੋਦ ਖਾਲੀ ਵੇਖ ਕਰਕੇ ਮੇਰੀ ਛਾਤੀ ਬੜੀ ਸੜਦੀ ਹੈ, ਬੜੀ ਈਰਖਾ ਹੁੰਦੀ ਹੈ। ਇਸ ਪ੍ਰਕਾਰ ਤੁਸੀਂ ਬੜੇ ਕਿਰਪਾਲੂ ਦਿਆਲੂ ਸੁਭਾਅ ਵਾਲੇ ਹੋ ਮੇਰੇ ਪਤੀ ਜੀ। ਤੇ ਤੁਹਾਡੀ ਇਹ ਫਿਤਰਤ ਹੈ, ਤੁਹਾਨੂੰ ਸਾਰਿਆਂ ਨੂੰ ਇੱਕੋ ਸਮਾਨ ਸਮਝਣਾ ਚਾਹੀਦਾ। ਜਿਵੇਂ ਮੇਰੀਆਂ ਬਾਕੀ ਭੈਣਾਂ ਨੂੰ ਪੁੱਤਰਾਂ ਦੀ ਦਾਤ, ਧੀਆਂ ਦੀ ਦਾਤ ਬਖਸ਼ੀ ਹੈ, ਇਸ ਪ੍ਰਕਾਰ ਮੇਰੀ ਜਿਹੜੀ ਕੁੱਖ ਹੈ ਉਸ ਨੂੰ ਵੀ ਸੁਲੱਘਣੀ ਕਰੋ ਜੀ। ਇਸ ਪ੍ਰਕਾਰ ਮੇਰੇ ਮਨ ਦੀ ਇਹ ਬੜੀ ਇੱਛਾ ਹੈ। ਇਸ ਪ੍ਰਕਾਰ ਜੋ ਮੇਰੇ ਮਨ ਦੀ ਇੱਛਾ ਪੂਰਨ ਕਰੋ ਜੀ। ਤੇ ਮੈਂ ਬੜੀ ਇਸ ਦੁੱਖ ਨੂੰ ਲੈ ਕਰਕੇ ਪੀੜਾ ਦੇ ਸਹਿਤ ਹਾਂ। ਇਸ ਪ੍ਰਕਾਰ ਮੇਰੇ ਉੱਪਰ ਕਿਰਪਾ ਕਰੋ, ਬਾਲਕ ਦੀ ਦਾਤ ਬਖਸ਼ੋ ਜੀ। ਤੇ ਜਦੋਂ ਵੀ ਕੋਈ ਦੁਖੀ ਹੋ ਕਰਕੇ ਪਰਮੇਸ਼ਰ ਦੇ ਕੋਲ ਜਾਂਦਾ ਹੈ ਤੇ ਆਪ ਜੀ ਮੇਰੇ ਪਤੀ ਪਰਮੇਸ਼ਰ ਹੋ। ਤੇ ਜੋ ਕਿਰਪਾਲੂ ਦਿਆਲੂ ਸੁਭਾਅ ਵਾਲੇ ਹੁੰਦੇ ਨੇ ਉਹ ਖਾਲੀ ਨਹੀਂ ਮੋੜਦੇ। ਮੇਰੇ ਮਨ ਦੀ ਇੱਛਾ ਹੈ ਮੇਰੀ ਗੋਦੀ ਵਿੱਚ ਵੀ ਮੇਰਾ ਬਾਲਕ ਖੇਡੇ ਜੀ। ਤੇ ਫਿਰ ਮੈਂ ਲੋਕ ਅਤੇ ਪਰਲੋਕ ਦੇ ਸੁਖ ਪਾਵਾਂਗੀ। ਇਸ ਪ੍ਰਕਾਰ ਆਪਣੀ ਪਤੀ ਦੀ, ਆਪਣੀ ਪਤਨੀ ਦੇ ਬਚਨ ਸੁਣ ਕਰਕੇ ਕਸ਼ਯਪ ਰਿਸ਼ੀ ਬੜੇ ਸਤਿਕਾਰ ਦੇ ਸਹਿਤ ਆਪਣੀ ਪਤਨੀ ਤਾਈਂ ਬੋਲਿਆ ਹੈ। ਇਹ ਚੰਦਰ ਬਦਨ ਚੰਦਰਮ ਮੁਖ ਵਾਲੀਏ, ਤੂੰ ਮੈਨੂੰ ਬੜੀ ਪਿਆਰੀ ਹੈ। ਜੋ ਤੇਰੇ ਮਨ ਦੀ ਇੱਛਾ ਇਹ ਜ਼ਰੂਰ ਪੂਰਨ ਹੋਵੇਗੀ। ਪਰ ਹਲੇ ਸੰਧਿਆ ਦਾ ਸਮਾਂ ਹੈ, ਇਹ ਭਗਤੀ ਦਾ ਸਮਾਂ ਹੈ। ਇਸ ਪ੍ਰਕਾਰ ਸੰਧਿਆ ਦੇ ਸਮੇਂ ਤੋਂ ਬਾਅਦ ਇੱਛਾ ਪੂਰਨ ਹੋਵੇਗੀ। ਇਹਦਾ ਜੋ ਸਮਾਂ ਹੈ ਬੜਾ ਹੀ ਕੀਮਤੀ ਹੈ। ਇਹ ਭਗਤੀ ਕਰਨ ਦਾ ਸਮਾਂ, ਵਿਕਾਰ ਭੋਗਣ ਦਾ ਸਮਾਂ ਨਹੀਂ ਹੈ। ਇਸ ਪ੍ਰਕਾਰ ਜੋ ਭਗਤ ਸ਼ਿਵਜੀ ਜੀ ਹਨ, ਭਗਵਾਨ ਸ਼ਿਵਜੀ ਜੀ ਹਨ, ਉਹ ਆਪਣੇ ਨਾਲ ਆਪਣੇ ਸਾਥੀਆਂ ਨੂੰ ਲੈ ਕਰਕੇ ਤੇ ਜੋ ਉਹਨਾਂ ਦੀ ਭੂਤਾਂ ਦੀ ਪ੍ਰਜਾ ਹੈ ਉਹਨਾਂ ਤਾਈਂ ਵੇਖਦੇ ਨੇ। ਜਿਨ੍ਹਾਂ ਨੇ ਆਪਣਾ ਸਰੀਰ ਉੱਪਰ ਸਵਾ ਮਲ ਕੇ ਚਾਂਦੀ ਵਰਗਾ ਕੀਤਾ ਹੈ। ਤੇ ਜਿਨ੍ਹਾਂ ਦੀ ਤੀਸਰੀ ਅੱਗ ਅੱਖ ਦੇ ਵਿੱਚ ਅਗਨ ਪ੍ਰਗਟ ਹੋਈ। ਭਗਵਾਨ ਸ਼ਿਵਜੀ ਜੀ ਦੀ ਪੁਰਾਤਨ ਕਥਾ ਦੱਸ ਰਹੀ ਹੈ ਕਿ ਉਹਨਾਂ ਦੇ 3 ਅੱਖਾਂ ਸਨ। ਇੱਕ ਅੱਖ ਦੇ ਅੰਦਰ ਸੂਰਜ, ਇੱਕ ਦੇ ਅੰਦਰ ਚੰਦਰਮਾ, ਔਰ ਜੋ ਤੀਸਰੀ ਮੱਥੇ ਦੇ ਵਿਚਾਲੇ ਅੱਖ ਸੀ ਉਹਦੇ ਵਿੱਚ ਹਮੇਸ਼ਾ ਹੀ ਅਗਨੀ ਪ੍ਰਗਟ ਰਹਿੰਦੀ ਸੀ, ਜੋ ਸੰਸਾਰ ਨੂੰ ਨਾਸ਼ ਕਰ ਸਕਦੀ ਸੀ, ਸੰਸਾਰ ਨੂੰ ਭਸਮ ਕਰ ਸਕਦੀ ਸੀ। ਇਸ ਪ੍ਰਕਾਰ ਜਿਹੜਾ ਰਿਸ਼ੀ ਕਸ਼ਯਪ ਹੈ ਆਪਣੀ ਪਤਨੀ ਤਾਈਂ ਦੱਸਦਾ ਹੈ ਕਿ ਹਲੇ ਤਾਂ ਜੋ ਭਗਵਾਨ ਸ਼ਿਵਜੀ ਜੀ ਹਨ ਉਹ ਇਸ ਪ੍ਰਕਾਰ ਜੰਗਲਾਂ ਦੇ ਵਿੱਚ ਗੇੜਾ ਮਾਰ ਰਹੇ ਨੇ। ਆਪਣੀ ਪ੍ਰਜਾ ਜੋ ਭੂਤਾਂ ਦੀ ਪ੍ਰਜਾ ਹੈ ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਵੇਖਦੇ ਨੇ। ਤੇ ਹੁਣ ਤਾਂ ਉਹਨਾਂ ਦੀ ਪੂਜਾ ਕਰਨ ਦਾ ਸਮਾਂ ਹੈ ਜੀ। ਤੇ ਵਿਕਾਰ ਭੋਗਣ ਦਾ ਇਹ ਸਮਾਂ ਨਹੀਂ। ਇਸ ਪ੍ਰਕਾਰ ਵਿਕਾਰਾਂ ਨੂੰ ਭੋਗਣ ਦਾ ਸਮਾਂ ਨਹੀਂ, ਮਨ ਤੋਂ ਹਟਾ ਦੇਵੋ। ਤੇ ਜਿਸ ਸਮੇਂ ਔਰਤ ਸੰਧਿਆ ਦੇ ਸਮੇਂ, ਰਹਿਰਾਸ ਦੇ ਸਮੇਂ ਜੋ ਔਰਤ ਗਰਭ ਧਾਰਨ ਕਰਦੀ ਹੈ ਨਾ ਸੰਗਤ ਜੀ, ਇਤਿਹਾਸ ਦੱਸਦਾ ਹੈ ਕਿ ਉਹਦੇ ਪੇਟੋਂ ਜੰਮਿਆ ਪੁੱਤਰ ਧੀ ਬੜੀ ਕੋਟੀ ਮੱਤ ਵਾਲਾ ਹੁੰਦਾ।
ਕਿਉਂਕਿ ਜੋ ਸੰਧਿਆ ਦਾ ਸਮਾਂ, ਰਹਿਰਾਸ ਦਾ ਸਮਾਂ, ਭਗਤੀ ਦਾ, ਪੂਜਾ ਦਾ ਸਮਾਂ ਹੁੰਦਾ ਹੈ, ਇਹ ਸਮੇਂ ਜੋ ਔਰਤ ਗਰਭ ਧਾਰਨ ਕਰਦੀ ਹੈ, ਉਸ ਦੇ ਪੇਟੋਂ ਜਨਮਿਆ ਬਾਲਕ ਦੈਂਤ ਬੁੱਧੀ ਵਾਲਾ ਹੁੰਦਾ, ਖੋਟੀ ਬੁੱਧੀ ਵਾਲਾ ਹੁੰਦਾ ਹੈ। ਇਹ ਸੰਧਿਆ ਸਮੇਂ ਦਾ, ਸ਼ਾਮ ਸਮੇਂ ਦਾ ਦੋਖ ਅਵਗੁਣ ਜਾਣ ਲਵੋ। ਤੇ ਹੁਣ ਤਾਂ ਜੋ ਸਮਾਂ ਹੈ ਸ਼ਿਵ ਜੀ ਦੀ ਪੂਜਾ ਕਰਨ ਦਾ ਹੈ, ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦਾ ਹੈ। ਇਸ ਪ੍ਰਕਾਰ ਕਸ਼ਯਪ ਰਿਸ਼ੀ ਦੀ ਪਤਨੀ ਨੇ ਜਦੋਂ ਇਸ ਪ੍ਰਕਾਰ ਇਹ ਵਚਨ ਸੁਣੇ ਨੇ, ਤੇ ਮਨ ਹੀ ਮਨ ਵਿੱਚ ਇਹ ਵਚਨ ਸੁਣ ਕੇ ਬੜੀ ਦੁਖੀ ਹੋਈ ਹੈ। ਜਿਵੇਂ ਬੇਸਵਾ ਔਰਤ ਜੋ ਕੋਠਿਆਂ ਦੇ ਉੱਪਰ ਆਪਣੇ ਸਰੀਰਾਂ ਦਾ ਧੰਦਾ ਕਰਦੀ ਹੈ, ਆਪਣੀ ਸ਼ਰਮ ਨੂੰ ਛੱਡ ਦਿੰਦੀ ਹੈ। ਇਹਦਾ ਸ਼ਰਮ ਤੋਂ ਰਹਿਤ ਹੋ ਕਰਕੇ ਕਸ਼ਯਪ ਰਿਸ਼ੀ ਨੇ ਵਸਤਰਾਂ ਦਾ ਪੱਲਾ ਪਕੜਿਆ ਹੈ ਤੇ ਕਹਿਣ ਲੱਗੀ ਹੈ ਕਿ ਜੋ ਮੇਰੇ ਬਾਲਕ ਦੀ ਇੱਛਾ ਹੈ ਨਾ, ਮੇਰੇ ਮਨ ਅੰਦਰ ਇਹ ਪੂਰਨ ਹੋਣ ਤੋਂ ਹੁਣ ਰਹਿਆ ਨਹੀਂ ਜਾਂਦਾ। ਕਿਰਪਾ ਕਰੋ ਮੇਰੇ ਉੱਪਰ ਬਾਲਕ ਬਖਸ਼ੋ ਜੀ। ਇਸ ਪ੍ਰਕਾਰ ਜਦੋਂ ਕਾਮ ਦੇ ਸਹਿਤ ਆਪਣੀ ਪਤੀ ਕਸ਼ਯਪ ਰਿਸ਼ੀ ਨੇ ਵੇਖੀ ਹੈ, ਇਕਾਂਤ ਅਸਥਾਨ ਉੱਪਰ ਗਏ ਨੇ। ਇਸ ਪ੍ਰਕਾਰ ਬਾਲਕ ਦੀ ਅਵਸਥਾ ਬਖਸ਼ਿਸ਼ ਕੀਤੀ ਹੈ, ਬਾਲਕ ਦੀ ਇਸ ਪ੍ਰਕਾਰ ਬਖਸ਼ਿਸ਼ ਕੀਤੀ ਹੈ। ਤੇ ਜੋ ਮਨ ਹੀ ਮਨ ਅੰਦਰ ਦੁਖੀ ਸੀ, ਬਾਲਕ ਨੂੰ ਲੈ ਕਰਕੇ ਸਾਰਾ ਦੁੱਖ ਦੂਰ ਹੋਇਆ ਹੈ। ਤੇ ਜਾ ਕਰਕੇ ਕਸ਼ਯਪ ਰਿਸ਼ੀ ਨੇ ਸੰਧਿਆ ਸਮੇਂ ਭਗਤੀ ਕੀਤੀ ਹੈ, ਗਾਇਤਰੀ ਮੰਤਰਾਂ ਦਾ ਜਪ ਕੀਤਾ ਹੈ। ਤੇ ਬਾਅਦ ਦੇ ਵਿੱਚ ਜਦੋਂ ਸੰਧਿਆ ਦੇ ਸਮੇਂ ਜੋ ਕਸ਼ਯਪ ਰਿਸ਼ੀ ਦਿੱਤੀ ਦੇ ਪਤੀ ਨੇ ਉਸ ਨੂੰ ਉਪਦੇਸ਼ ਦਿੱਤਾ ਸੀ ਕਿ ਇਹ ਸਮਾਂ ਉਚਿਤ ਨਹੀਂ, ਇਹ ਸਮਾਂ ਤਾਂ ਪਰਮੇਸ਼ਰ ਦੀ ਭਗਤੀ ਕਰਨ ਦਾ ਹੈ, ਉਸ ਬਾਰੇ ਸੋਚਦੀ ਹੈ। ਬੜੀ ਸ਼ਰਮਸਾਰ ਹੋਈ ਨੀਵੀਂ ਪਈ ਹੈ ਤੇ ਦੌੜੀ ਦੌੜੀ ਆਪਣੇ ਪਤੀ ਕੋਲ ਆਈ ਹੈ। ਭਗਵਾਨ ਸ਼ਿਵ ਜੀ ਦਾ ਡਰ ਆਪਣੇ ਹਿਰਦੇ ਅੰਦਰ ਧਾਰਿਆ ਹੈ, ਕਹਿਣਾ ਕੀਤਾ ਹੈ ਕਿ ਪਤੀ ਜੀ ਜੋ ਆਪ ਜੀਆਂ ਨੇ ਮੈਨੂੰ ਗਰਭ ਬਖਸ਼ਿਸ਼ ਕੀਤਾ ਹੈ, ਹੁਣ ਇਹਦੀ ਰੱਖਿਆ ਵੀ ਕਰਿਓ। ਤੇ ਜਿਹੜਾ ਭਗਵਾਨ ਸ਼ਿਵ ਜੀ ਹੈ ਸਾਡੀ ਐਸੀ ਹਾਲਤ ਵੇਖ ਕਰਕੇ ਇਸ ਪ੍ਰਕਾਰ ਸਾਡੇ ਉੱਪਰ ਗੁੱਸਾ ਨਾ ਹੋਵੇ। ਤੇ ਵਾਰ ਵਾਰ ਨਮਸਕਾਰ ਕਰੋ ਭਗਵਾਨ ਸ਼ਿਵ ਜੀ ਤੇ। ਉਹ ਮਹਾਨ ਦੇਵਤੇ ਹਨ ਤੇ ਜੋ ਮੈਂ ਅੱਗਿਆ ਨਿਰਾਦਰੀ ਕੀਤੀ ਹੈ ਸੰਧਿਆ ਦੇ ਸਮੇਂ ਦੀ, ਇਸ ਪ੍ਰਕਾਰ ਮੈਨੂੰ ਮਾਫੀ ਦੇਵੋ ਜੀ। ਇਸ ਪ੍ਰਕਾਰ ਤੇ ਸੁਭਾਅ ਲਖ ਮਨ ਨਾ ਰਸੀਜੈ। ਇਹ ਤਾਂ ਔਰਤ ਦਾ ਸੁਭਾਅ ਹੁੰਦਾ, ਜਿਸ ਗੱਲ ਦੇ ਉੱਪਰ ਜਿੱਦ ਕਰ ਜਾਵੇ ਉਸੇ ਸਮੇਂ ਹੀ ਉਸ ਨੂੰ ਪੂਰਾ ਕਰਨ ਦੀ ਇੱਛਾ ਕਰਦੀ ਹੈ। ਐਸਾ ਔਰਤ ਵਾਲਾ ਸੁਭਾਅ ਕਰਕੇ ਮੇਰਾ ਅਵਗੁਣ ਬਖਸ਼ ਦੇਵੋ। ਇਸ ਪ੍ਰਕਾਰ ਆਪਣੇ ਪਤਨੀ ਦੇ ਬਚਨ ਸੁਣ ਕਰਕੇ ਕਸ਼ਯਪ ਰਿਸ਼ੀ ਬੋਲਿਆ ਹੈ ਕਿ ਇਹ ਭੈੜੀ ਮਤ ਵਾਲੀਏ, ਤੂੰ ਬੜੀ ਅਣਜਾਣ ਹੈ। ਹੁਣ ਤਾਂ ਤੇਰੇ ਪੇਟ ਦੇ ਵਿੱਚੋਂ, ਤੇਰੇ ਗਰਭ ਦੇ ਵਿੱਚੋਂ 2 ਪੁੱਤਰ ਪੈਦਾ ਹੋਣਗੇ ਤੇ ਜਿਹੜੇ ਬੜੇ ਕਠੋਰ ਸੁਭਾਅ ਵਾਲੇ ਹੋਣਗੇ। ਜੋ 2 ਸੰਤਾਨਾਂ, ਇੱਕ ਤਾਂ ਹਰਨਾਕਸ਼ ਸੀ ਦਾ, ਇੱਕ ਉਸ ਦਾ ਭਰਾ ਸੀ। ਤੇ ਬਿਨਾਂ ਗੱਲੋਂ ਹੀ ਸਾਰੇ ਸੰਸਾਰ ਨੂੰ ਦੁੱਖ ਦੇਵੇ, ਕਿਉਂਕਿ ਤੂੰ ਭਗਤੀ ਦੇ ਸਮੇਂ ਦੀ ਵਿਚਾਰ ਨਹੀਂ ਕੀਤੀ, ਪਾਲਣਾ ਨਹੀਂ ਕੀਤੀ। ਉਹ ਭਗਤਾਂ ਨੂੰ ਦੁੱਖ ਦੇਣਗੇ, ਰਤੀ ਭਰ ਵੀ ਨਾਮ ਨਹੀਂ ਜਪਣਗੇ ਤੇ ਬਿਨਾਂ ਗੱਲ ਤੋਂ ਅਨੇਕਾਂ ਪ੍ਰਕਾਰਾਂ ਦੇ ਪਾਪ ਕਰਨਗੇ ਜੀ। ਤੇ ਉਹਨਾਂ ਨੂੰ
ਪ੍ਰਕਾਰ ਧਾਰਨਗੇ। 10 ਗ੍ਰਾਮ ਹਨਹਿ ਕੇ ਤਿਲ ਕੋ ਉਹਨਾਂ ਦੇ ਨਾਲ ਭਾਰੀ ਜੰਗ ਕਰਕੇ ਮਾਰ ਮਕਾਉਣਗੇ। ਧਰਿਓ ਗਰਭ ਕੈ ਜਿਨ ਕੋ ਇਸ ਪ੍ਰਕਾਰ ਜਿਨ੍ਹਾਂ ਪੁੱਤਰਾਂ ਦਾ ਤੂੰ ਗਰਭ ਧਾਰਨ ਕੀਤਾ ਹੈ ਨਾ, ਇਹਨਾਂ ਨੂੰ ਪਰਮੇਸ਼ਰ ਆਪ ਮਾਰੇਗਾ। ਤਬ ਸੁਖ ਕੋ ਸੁਖ ਭਗਤ ਪ੍ਰਧਾਨਾ ਪਰ ਜੋ ਤੇਰੇ ਪੁੱਤਰ ਦਾ ਅੱਗੇ ਪੁੱਤਰ ਹੋਵੇਗਾ, ਉਹ ਬੜਾ ਪ੍ਰਧਾਨ ਭਗਤ ਪ੍ਰਹਲਾਦ ਹੋਵੇਗਾ। ਮੋਹਿ ਕੋ ਸਮਦ੍ਰਿਸ਼ਟ ਸੁਜਾਨਾ ਜੋ ਤੇਰਾ ਪੁੱਤਰ ਹੋਵੇਗਾ, ਉਹ ਬੜੀ ਸਮਦ੍ਰਿਸ਼ਟੀ ਵਾਲਾ ਸੁਜਾਨ ਸ੍ਰੇਸ਼ਟ ਹੋਵੇਗਾ। ਕਰ ਅਸਮਲ ਤੂੰ ਪਉਨਾ ਪਛਤਾਨੀ ਐਸਾ ਪਾਪ ਤਾਂ ਤੂੰ ਕੀਤਾ ਹੈ, ਪਰ ਪਾਪ ਕਰਕੇ ਜੋ ਬੰਦਾ ਪਛਤਾਵਾ ਕਰਦਾ ਹੈ ਨਾ, ਪਰਮੇਸ਼ਰ ਫਿਰ ਉਹਦੀ ਲਾਜ ਰੱਖਦਾ ਹੈ। ਐਸਾ ਸੋ ਕ੍ਰਿਤ ਸੁਖੀ ਸੁਖਧਾਰੀ ਬਸ ਜੋ ਤੇਰਾ ਪਛਤਾਵਾ ਹੈ, ਇਸੇ ਕਾਰਨ ਹੀ ਤੂੰ ਸੁਖ ਭੋਗੇਂਗੀ। ਅਵੈ ਹੈ ਸਰਬ ਭੂਤ ਹਿਤਕਾਰੀ ਤੇ ਇਸ ਪ੍ਰਕਾਰ ਜੋ ਤੇਰਾ ਪੁੱਤਰਾ ਪ੍ਰਹਲਾਦ ਹੈ, ਸਾਰਿਆਂ ਨੂੰ ਪ੍ਰੇਮ ਕਰਨ ਵਾਲਾ ਹੋਵੇਗਾ। ਦੁਖ ਲਖ ਦੁਖੀ ਸੁਖੀ ਸੁਖਧਾਰੀ ਐਸੀ ਅਵਸਥਾ ਵਾਲਾ ਹੋਵੇਗਾ, ਜਦੋਂ ਕਿਸੇ ਨੂੰ ਦੁਖੀ ਵੇਖੇਗਾ ਤੇ ਆਪ ਵੀ ਦੁਖੀ ਹੋਵੇਗਾ। ਜਦੋਂ ਕਿਸੇ ਨੂੰ ਸੁਖੀ ਵੇਖੇਗਾ ਤੇ ਫਿਰ ਸੁਖ ਵਿੱਚ ਆਵੇਗਾ। ਸੁਨਕਰ ਦਿੱਤੀ ਹਿਰਦੇ ਹਰਖਾਨੀ ਤੇ ਜਦੋਂ ਕਸ਼ਯਪ ਰਿਸ਼ੀ ਦੀ ਪਤਨੀ ਦਿੱਤੀ ਨੇ ਇਹ ਸਾਰੀ ਵਾਰਤਾਲਾਪ ਸੁਣੀ ਹੈ, ਪ੍ਰਭ ਕਰਕੇ ਸੁਖ ਕੀ ਮ੍ਰਿਤ ਜਾਨੀ ਕਿ ਮੇਰੇ ਪੁੱਤਰਾਂ ਦੀ ਜਿਹੜੀ ਹੱਤਿਆ ਹੈ, ਮੌਤ ਹੈ, ਉਹ ਪਰਮੇਸ਼ਰ ਹੱਥੋਂ ਹੋਵੇਗੀ। ਕੋਲ ਪੁੱਤਰਾ ਹੈ ਭਾਗ ਕਿਰਪਾਲਾ ਤੇ ਬੜੀ ਖੁਸ਼ ਹੋਈ ਕਿ ਜਿਹੜਾ ਮੇਰਾ ਪੁੱਤਰਾ ਹੋਵੇਗਾ ਪ੍ਰਹਲਾਦ, ਉਹ ਬੜੇ ਸੁੱਖਾਂ ਵਾਲਾ ਹੋਵੇਗਾ, ਪਰਮੇਸ਼ਰ ਦਾ ਭਗਤ ਹੋਵੇਗਾ। ਦੇਵ ਸੰਪਦਾ ਗੁਣ ਨੇ ਵਿਸਾਲਾ ਦੇਵਤਿਆਂ ਵਾਲੇ ਗੁਣਾਂ ਦਾ ਧਾਰਨੀ ਹੋਵੇਗਾ ਜੀ। ਉਤਾਪ ਭਈ ਗਰਭ ਕੋ ਤਬਹੀ ਇਸ ਪ੍ਰਕਾਰ ਜਦੋਂ ਕੁਝ ਸਮਾਂ ਬਤੀਤ ਹੋਇਆ ਹੈ, ਗਰਭ ਧਾਰਨ ਕੀਤਾ ਹੈ। ਬੀਤ ਗਏ ਸਤ ਸੰਮਤ ਤਬਹੀ ਇਸ ਪ੍ਰਕਾਰ ਜਦੋਂ 100 ਸਾਲ ਬੀਤ ਗਿਆ, ਕਿਉਂਕਿ ਸੰਗਤ ਜੀ ਜੋ ਇਹ ਕਥਾ ਹੈ ਨਾ, ਇਹ ਸਤਿਯੁਗ ਦੀ ਚੱਲ ਰਹੀ ਹੈ। ਤੇ ਸਤਿਯੁਗ ਦੇ ਅੰਦਰ ਮਨੁੱਖਾਂ ਦੀ ਉਮਰ 1 ਲੱਖ ਸਾਲ ਦੀ ਮੰਨੀ ਗਈ। ਤੇ 1 ਲੱਖ ਸਾਲ ਦੀ ਜਿਸ ਸਮੇਂ ਉਮਰ ਹੁੰਦੀ ਸੀ, ਤੇ ਇਸ ਪ੍ਰਕਾਰ 100 ਸਾਲ ਦਾ ਔਰਤ ਗਰਭ ਧਾਰਨ ਕਰਦੀ ਸੀ। ਜਿਵੇਂ ਹੁਣ 365 ਦਿਨਾਂ ਦਾ ਸਾਲ ਹੁੰਦਾ ਹੈ, ਜਾਂ 100 ਸਾਲ ਦੀ ਉਮਰ ਹੁੰਦੀ ਹੈ। 100 ਸਾਲ ਦੀ ਉਮਰ ਦੇ ਵਿੱਚ ਜਿਹੜੀ ਔਰਤ ਹੈ, ਤਕਰੀਬਨ 9 ਮਹੀਨੇ ਜਾਂ 1 ਸਾਲ ਦਾ ਗਰਭ ਧਾਰਨ ਕਰਦੀ ਹੈ। ਤੇ ਸਤਿਯੁਗ ਦੇ ਸਮੇਂ ਵਿੱਚ ਲੱਖਾਂ ਸਾਲ 1 ਲੱਖ ਸਾਲ ਉਮਰ ਹੁੰਦੀ ਸੀ ਮਨੁੱਖਾਂ, ਤੇ 1 ਲੱਖ ਸਾਲ ਦੇ ਵਿੱਚੋਂ 100 ਸਾਲ ਦਾ ਗਰਭ ਹੁੰਦਾ ਸੀ। ਗਰਭ ਦੇਖਤ ਹੈ ਬਲਿਓ ਅਪਾਰੀ ਤੇ ਜਦੋਂ ਇਸ ਪ੍ਰਕਾਰ ਗਰਭ ਦੇ ਅੰਦਰ ਦੋਨਾਂ ਹੀ ਦੈਂਤਾਂ ਦਾ ਪ੍ਰਕਾਸ਼ ਹੋਇਆ ਹੈ, ਦੋਨਾਂ ਹੀ ਦੈਂਤਾਂ ਦੇ ਅੰਗ ਵਧਣੇ ਫੁੱਲਣੇ ਸ਼ੁਰੂ ਹੋਏ ਨੇ। ਲੋਕ ਪਰਲੋਕ ਪ੍ਰਭਾਸ ਬਹਾਰੀ ਤੇ ਲੋਕ ਪਰਲੋਕ ਦੇ ਵਿੱਚ ਉਦਾਸੀ ਛਾ ਗਈ ਹੈ, ਕਿਉਂਕਿ ਦੈਂਤਾਂ ਦਾ ਜਨਮ ਹੋਣਾ ਹੈ। ਵਿਆਕੁਲ ਹਵੇ ਬਿਤ ਭਵਨ ਸੁਧਾਰੇ ਤੇ ਸਾਰੇ ਹੀ ਦੇਵਤੇ ਇਸ ਪ੍ਰਕਾਰ ਬੜੇ ਵਿਆਕੁਲ ਦੁਖੀ ਹੋ ਕਰਕੇ ਬ੍ਰਹਮਾ ਜੀ ਕੋਲ ਗਏ ਨੇ। ਕਰਕੇ ਬੰਧਨ ਬੈਨ ਉਚਾਰੇ ਬ੍ਰਹਮਾ ਜੀ ਤਾਂ ਹੀ ਨਮਸਕਾਰ ਕੀਤੀ ਹੈ, ਬੇਨਤੀ ਕਰਨ ਲੱਗੇ ਨੇ। ਹੇ ਲੋਕੇਸ਼ ਸਰਬਗਤ ਜਾਨੋ ਇਹ ਸ੍ਰਿਸ਼ਟੀ ਦੇ ਰਚਨਹਾਰ ਬ੍ਰਹਮਾ ਜੀ ਸੁਣਨਾ ਕਰੋ। ਤੀਨ ਕਾਲ ਕੀ ਬਿਨ ਪਹਿਚਾਨੋ ਤਿੰਨਾਂ ਸਮਿਆਂ ਦੀ ਆਪ ਜੀ ਸਾਰਾ ਕਾਲ ਇਸ ਪ੍ਰਕਾਰ ਅੰਤਰਜਾਮੀ ਹੋ, ਸਾਰੀ ਅਵਸਥਾ ਜਾਣਦੇ ਹੋ। ਕਸ਼ਯਪ ਤੇ ਜਿਤ ਗਰਭ ਜੋ ਧਾਰਾ ਜੋ ਕਸ਼ਯਪ ਰਿਸ਼ੀ ਦੀ ਪਤਨੀ ਨੇ ਗਰਭ ਧਾਰਨ ਕੀਤਾ ਹੈ, ਦੇਹ ਕੋ ਹੋਇਓ ਤੇਜ ਅਪਾਰਾ ਉਹਦਾ ਬੜਾ ਤੇਜ ਪ੍ਰਭਾਵ ਤਿੰਨਾਂ ਲੋਕਾਂ ਤੇ ਪੈ ਰਿਹਾ ਹੈ। ਕਮਨੇ ਗੋ ਤਿਸਤੇ ਅਸਕਬ ਨੂੰ ਇਸ ਪ੍ਰਕਾਰ ਉਹਦੀ ਕੁੱਖ ਦੇ ਵਿੱਚੋਂ ਕੈਸੇ ਪੁੱਤਰ ਪੈਦਾ ਹੋਣਗੇ, ਜੋ ਦੁਖ ਦੇਤ ਆਪਣੇ ਸਭ ਭਵ ਨੂੰ ਤੇ ਜਿਹੜੇ ਬਿਨਾਂ ਗੱਲ ਤੋਂ ਹੀ ਇਸ ਸੰਸਾਰ ਨੂੰ ਧਰਤੀ ਦੇ ਵਿੱਚ ਆ ਕੇ ਜਨਮ ਤੋਂ ਬਾਅਦ ਦਾ ਦੁੱਖ ਦੇਣਗੇ ਹੀ ਦੇਣਗੇ। ਪੇਟ ਵਿੱਚ ਵੀ ਐਸਾ ਪ੍ਰਤਾਪ ਹੈ ਕਿ ਚਾਰੇ ਪਾਸੇ ਉਦਾਸੀ ਛਾਈ ਹੈ। ਸੁਣਕਰ ਉਜਰੇ ਬੈਨ ਵਿਧਾਤਾ ਇਸ ਪ੍ਰਕਾਰ ਉਹਨਾਂ ਦੇਵਤਿਆਂ ਦੇ ਵਚਨ ਸੁਣ ਕਰਕੇ ਬ੍ਰਹਮੇ ਨੇ ਕਹਿਣਾ ਕੀਤਾ ਹੈ। ਸੰਕਾਦਕ ਜੇ ਹੈ ਮਮਤਾਤਾ ਬ੍ਰਹਮਾ ਕਹਿੰਦਾ ਜੋ ਮੇਰੇ 4 ਪੁੱਤਰ ਹਨ ਨਾ, ਸਨਕ, ਸਨਾਤਨ, ਸਨਤ ਕੁਮਾਰ ਆਦਿਕ, ਗਏ ਕੰਠ ਬਿਸਰ ਕੇ ਧਾਮਾ ਉਹ ਵਿਸ਼ਨੂੰ ਦੇ ਘਰ ਵੱਲ ਗਏ
ਹੈ। ਸੁੰਦਰ ਪਗ ਮਿਲ ਕੂਟ ਕਰਤਾ ਇਸ ਪ੍ਰਕਾਰ ਜਿੱਥੇ ਸੁੰਦਰ ਪੰਛੀਆਂ ਦਾ ਵਾਸਾ ਹੈ, ਕੁਸਮ ਬਾਟਕਾ ਰਾਜ ਤੂਰੀ ਸੁੰਦਰ ਫੁੱਲਾਂ ਦੀਆਂ ਬਗੀਚੀਆਂ ਸੋਭ ਰਹੀਆਂ ਨੇ। ਮਾਧਵ ਕੋ ਗੁੰਜਾਰ ਕੇ ਗੰਧਕ ਪੂਰੀ ਸੁੰਦਰ ਫੁੱਲਾਂ ਦੇ ਉੱਪਰ ਭਾਵਰਿਆਂ ਦਾ ਆਉਣਾ ਜਾਣਾ ਬਣਿਆ ਹੈ। ਜਮੀਕਾਰ ਕੇ ਸੁਭਗ ਖੁਮਾਨਾ ਇਸ ਪ੍ਰਕਾਰ ਜਿੱਥੇ ਚਮੀਕਾਰ ਕੇ ਸੁਭਗ ਵਿਮਾਨਾਂ, ਜਿੱਥੇ ਬੜੀਆਂ ਸੁੰਦਰ ਵਿਮਾਨ ਹਨ ਜੋ ਸੋਨੇ ਦੇ ਬਣੇ ਸ਼ੀਸ਼ਿਆਂ ਦੇ ਬਣੇ ਸੋਭਦੇ ਨੇ, ਕਦੇ ਮਨ ਨ ਜਾ ਮਹਿ ਰੰਗਨਾਨਾ ਤੇ ਜਿਨ੍ਹਾਂ ਦੇ ਵਿੱਚ ਵੱਖੋ ਵੱਖਰੇ ਰੰਗਾਂ ਦੇ ਮੋਤੀ ਹੀਰੇ ਨਾਲ ਜੜੇ ਨੇ। ਫਿਰੇ ਤਮਾ ਬਹੁ ਭਗਤ ਸੁਭਾਏ ਤੇ ਤੁਸੀਂ ਇਹ ਦੇਵਤਿਓ ਚਿੰਤਾ ਨਾ ਕਰੋ, ਜਿਸ ਪ੍ਰਕਾਰ ਤੁਹਾਨੂੰ ਫਿਕਰ ਹੈ ਦੋ ਦੈਂਤਾਂ ਦੇ ਜਨਮ ਦਾ, ਤੇ ਵਿਸ਼ਨੂੰ ਦੇ ਘਰ ਅੰਦਰ ਬੜੇ ਹੀ ਭਗਤ ਸੋਭ ਰਹੇ ਨੇ। ਸੇਵਾ ਕਰ ਬਿਸਨ ਜਾਏ ਤੇ ਜਿਨ੍ਹਾਂ ਨੇ ਐਸੀ ਸੇਵਾ ਕੀਤੀ ਹੈ, ਪਰਮੇਸ਼ਰ ਨੂੰ ਖੁਸ਼ ਕੀਤਾ, ਸਮਾਂ ਆਉਣ ਤੇ ਉਹ ਤੁਹਾਡੀ ਰੱਖਿਆ ਕਰਨਗੇ, ਉਹ ਅਵਤਾਰ ਧਾਰਨ ਕਰਕੇ ਤੁਹਾਡੀ ਰੱਖਿਆ ਕਰਨਗੇ ਪਰਮੇਸ਼ਰ ਰੂਪ ਹੋ। ਇਸ ਪ੍ਰਕਾਰ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕਵੀ ਜੀ ਹੁਣੀ ਕਿਸ ਪ੍ਰਕਾਰ ਅੱਗੇ ਸਾਰਾ ਇਤਿਹਾਸ ਵਰਣਨ ਕਰਨਗੇ, ਕੱਲ੍ਹ ਦੀਆਂ ਇਤਿਹਾਸ ਵਿੱਚ ਸਮੇਂ ਵਿੱਚ ਸ਼ਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪ੍ਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ ਸਮਾਪਤ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਇਆ, ਸਬਦੋਤਾ ਗਾਵਹੁ ਹਰਿ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ, ਸਤਿ ਸਾਹਿਬਾ ਕਿਆ ਨਾਹੀ ਕਰ ਤੇਰਾ ਘਾਟਾ ਤੇਰਾ ਸਭ ਕੁਛ ਹੈ, ਜਿਸ ਤੇਰੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੀਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਮਨ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ, ਸਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੁੱਧ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਗੁਰ ਕਰਮ ਪਾਇਆ ਤੁਧ ਜਿਨ ਪਰਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅੰਮ੍ਰਿਤ ਸਮਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰਕ ਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਧਨ ਭਏ ਸਾਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਰਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਪੀਲਾ ਸਗਲ ਜਗਤ। ਸਗਿਆਈਆ ਬੁਰਿਆਈਆ ਵਰਤੈ ਧਰਮ ਹਜੂਰ, ਕਰਮੀ ਆਪੋ ਆਪਣੀ ਕੇ ਨੇੜ ਕੇ